ਪ੍ਰਾਈਮ ਏਸ਼ੀਆ टीवी देख रहे ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਨਵਜੀਤ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਲੈ ਕੇ। ਪਿਛਲੇ 24 ਘੰਟਿਆਂ ਵਿੱਚ ਜੋ ਕੁਝ ਵੀ ਵਾਪਰਿਆ ਹੁੰਦਾ, ਜੋ ਵੀ ਭਖਦੇ ਮਸਲੇ ਹੁੰਦੇ ਆ, ਉਹਨਾਂ ਤੇ ਗੱਲਬਾਤ ਕਰੀਦੀ ਹੈ ਇਸ ਪ੍ਰੋਗਰਾਮ ਵਿੱਚ। ਤੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਸਾਥ ਦਿੰਦੇ ਨੇ, ਆਪਣੇ ਤਰੀਕੇ ਨਾਲ ਖਬਰਾਂ ਤੇ ਚਰਚਾ ਕਰਦੇ ਨੇ। ਪੰਨੂ ਸਾਹਿਬ ਨਾਲ ਹੀ ਨੇ, ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਕੱਲ੍ਹ ਦੀਆਂ ਰਾਜਨੀਤਿਕ ਗਤੀਵਿਧੀਆਂ ਬਹੁਤ ਵਧੀਆ ਪਈਆਂ। ਮਾਨ ਸਾਹਿਬ ਤੇ ਨਾਲ ਖੇਤੀਬਾੜੀ ਮੰਤਰੀ ਹੋਰਾਂ ਨੇ ਨਜਾਇਜ਼ ਜ਼ਮੀਨ ਤੋਂ ਕਬਜ਼ੇ ਛੁਡਾਏ ਹੈ। 2828 ਏਕੜ ਕਬਜ਼ਾ ਛੁਡਵਾਇਆ। ਕਈ ਰਸੂਖਦਾਰਾਂ ਦੇ ਨਾਮ ਆਏ ਆ। ਪਿਛਲੇ ਇੱਕ ਹਫ਼ਤੇ ਵਿੱਚ ਚਰਚਾ 'ਚ ਬਹੁਤ ਚੱਲਦੇ ਪਏ ਆ, ਕੀ ਕਹਿਣਾ ਚਾਹੋਗੇ? ਦੇਖੋ, ਭਗਵੰਤ ਮਾਨ ਨੇ ਕੱਲ੍ਹ ਇੱਕ ਗੱਲ ਆਖੀ ਆ ਪੰਜਾਬ ਦੇ ਮੁੱਖ ਮੰਤਰੀ ਨੇ ਕਿ ਜਦੋਂ ਚੋਣਾਂ ਦੇ ਪ੍ਰਚਾਰ ਵਿੱਚ ਅਸੀਂ ਕਹਿੰਦੇ ਸੀ ਆਹ ਛੋੜ ਦਿਆਂਗੇ, ਆਹ ਛੋੜ ਦਿਆਂਗੇ, ਆਹ ਛੋੜ ਦਿਆਂਗੇ, ਸਾਨੂੰ ਵਿਰੋਧੀ ਪਾਰਟੀਆਂ ਪੁੱਛਦੀਆਂ ਸੀ ਪੈਸਾ ਕਿੱਥੋਂ ਆਊਗਾ, ਫੰਡ ਕਿੱਥੋਂ ਆਉਣਗੇ ਜੀ। ਤੇ ਅਸੀਂ ਆਖਿਆ ਸੀ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਲਾਗਿਓਂ ਆਉਣਗੇ। ਅਸੀਂ ਉਦੋਂ ਵੀ ਕਹਿੰਦੇ ਸੀ ਕਿ ਇੱਥੇ ਰਸੂਖਦਾਰਾਂ ਨੇ ਜ਼ਮੀਨਾਂ ਬਹੁਤ ਦੱਬੀਆਂ ਪਈਆਂ ਨੇ, ਅਸੀਂ ਉਹ ਛਡਾਵਾਂਗੇ। ਔਰ ਜਦੋਂ ਸਰਕਾਰ ਕੋਲ ਜ਼ਮੀਨਾਂ ਆ ਗਈਆਂ, ਤੁਸੀਂ ਵੇਖਿਓ ਫੰਡਾਂ ਦੀ ਕਮੀ ਨਹੀਂ ਰਹਿ ਗਈ। ਹੁਣ ਹੋਇਆ ਇਹ ਕਿ ਸਰਕਾਰ ਬਣੀ ਨੂੰ ਥੋੜ੍ਹੇ ਦਿਨ ਹੋਏ ਸੀ ਜਦੋਂ ਪੰਚਾਇਤ ਮੰਤਰੀ ਨੇ ਸਿਸਵਾਂ ਦੇ ਲਾਗੇ ਜਾ ਕੇ 129 ਏਕੜ ਜ਼ਮੀਨ ਦਾ ਕਬਜ਼ਾ ਛੁਡਾਇਆ। ਇਹ ਪਹਿਲੀ ਹੰਗਾਮੇ ਵਾਲੀ ਖਬਰ ਸੀ, ਸਾਰੇ ਪਾਸੇ ਚਰਚਾ ਚੱਲ ਪਈ ਕਿ ਐਡਾ ਵੱਡਾ ਕਬਜ਼ਾ ਛੁਡਾਇਆ ਗਿਆ। ਇਹਦੋਂ ਬਾਅਦ ਇੱਕ ਸਾਬਕਾ ਡਿਪਟੀ ਕਮਿਸ਼ਨਰ, ਹੁਣ ਤਾਂ ਉਹ ਦੁਨੀਆ ਛੱਡ ਚੁੱਕਾ, 29 ਏਕੜ ਉਹਨੇ ਕਬਜ਼ਾ ਕੀਤਾ ਸੀ। 28 ਏਕੜ ਇੱਥੇ ਜਲੰਧਰ ਜ਼ਿਲ੍ਹੇ 'ਚ ਅੱਗੋਂ ਦਾ ਪਰਿਵਾਰ ਕਬਜ਼ਾ ਕਰੀ ਬੈਠਾ ਸੀ। ਉਹ ਆ ਕੇ ਪੰਚਾਇਤ ਮੰਤਰੀ ਨੇ ਛਡਾਇਆ। ਫਿਰ ਜਿੱਥੇ 5-10 ਏਕੜ ਛਡਾਉਂਦੇ ਸੀ ਉੱਥੇ ਅਫਸਰ ਚੱਲ ਜਾਂਦੇ ਸੀ, ਜਿੱਥੇ 25-30 ਏਕੜ ਜਾਂ ਤੋਂ ਵੱਧ ਹੁੰਦੇ ਸੀ ਪੰਚਾਇਤ ਮੰਤਰੀ ਆਪ ਜਾਂਦਾ ਸੀ ਜੀ। ਕੱਲ੍ਹ ਪਹਿਲੀ ਵਾਰ ਹੈ ਕਿ 2828 ਏਕੜ, ਪੌਣੇ 200 ਏਕੜ ਹੀ ਘੱਟ ਹੈ, 3000 ਏਕੜ ਨੂੰ ਪਹੁੰਚ ਗਏ। ਇੰਨੀ ਜ਼ਮੀਨ ਦਾ ਕਬਜ਼ਾ ਇਕੱਠਾ ਛੁਡਾਇਆ ਗਿਆ। ਔਰ ਜ਼ਮੀਨ ਕਿੱਥੇ ਹੈ? ਚੰਡੀਗੜ੍ਹ ਦੇ ਲਾਗੇ ਲਾਗੇ। ਉਹਦੇ 'ਚੋਂ ਕੁਝ ਜੰਗਲ ਵਾਲੀ ਜ਼ਮੀਨ ਹੈ ਜਿਹੜੀ ਸ਼ਾਇਦ 5-7-10 ਲੱਖ ਰੁਪਏ ਕਿੱਲੇ ਵਾਲੀ ਵੀ ਹੋਵੇ, ਪਰ ਕੁਝ ਉਹਦੇ 'ਚ ਇਹੋ ਜਿਹੀ ਜ਼ਮੀਨ ਹੈ ਜਿੱਥੇ ਪਲਾਟ 2 ਲੱਖ ਰੁਪਏ ਮਰਲਾ ਵੀ ਵਿਕ ਸਕਦਾ, 5 ਲੱਖ ਰੁਪਏ ਮਰਲਾ ਵੀ ਵਿਕ ਸਕਦਾ। ਜੇ 2 ਲੱਖ ਰੁਪਏ ਮਰਲਾ ਵਿਕਦਾ ਹੋਵੇ ਤਾਂ ਇਹਦਾ ਮਤਲਬ 3 ਕਰੋੜ ਰੁਪਏ ਕਿੱਲੇ ਵਾਲੀ ਜ਼ਮੀਨ ਵੀ ਉਹ 'ਚ ਹੈਗੀ ਹੈ। ਜੇ 3 ਕਰੋੜ ਕਿੱਲੇ ਵਾਲੀ ਨਾ ਸਿਗਣੀ ਹੈ, 2 ਕਰੋੜ ਰੁਪਏ ਕਿੱਲੇ ਵਾਲੀ ਵੀ ਹੋਈ ਹੈ, ਅਤੇ 2828 ਏਕੜ ਛੁਡਾ ਕੇ ਇਹਦਾ ਮਤਲਬ ਲਗਭਗ 6000 ਕਰੋੜ ਰੁਪਈਆ ਕੱਲ੍ਹ ਨਜਾਇਜ਼ ਦੱਬਿਆ, ਜਿਹੜਾ ਉਹ ਮੁੱਖ ਮੰਤਰੀ ਦੀ ਅਗਵਾਈ 'ਚ ਛੁਡਾ ਲਿਆ। ਮੁੱਖ ਮੰਤਰੀ ਆਪ ਇਸ ਕੰਮ ਵਾਸਤੇ ਗਿਆ ਜੀ। ਪੰਜਾਬ ਦੇ ਲੋਕ ਇਸ ਗੱਲ 'ਤੇ ਖੁਸ਼ ਨੇ। ਹੁਣ ਸਵਾਲ ਇਹ ਹੈ ਕਿ ਜ਼ਮੀਨਾਂ ਕਿਹਨਾਂ ਕੋਲ ਸੀ? ਇੱਕ ਕੋਈ ਫੌਜਾ ਸਿੰਘ ਕੰਪਨੀ ਆ। ਮੈਂ ਨੈੱਟ ਤੋਂ ਬਹੁਤ ਲੱਭਣ ਦਾ ਯਤਨ ਕੀਤਾ ਤੇ ਮੈਨੂੰ ਨਹੀਂ ਲੱਭ ਸਕਿਆ। ਉਹਦੇ 3 ਡਾਇਰੈਕਟਰਾਂ ਦੇ ਨਾਂ ਲੱਭਦੇ ਆ, ਇੱਕ ਕੋਈ ਭਾਰਤੀ ਅਤੇ 2 ਅਮਰੀਕਨ ਦੱਸੇ ਜਾਂਦੇ। ਅਮਰੀਕਨ ਜਿਹੜੇ, ਉਹਨਾਂ 'ਚੋਂ ਇੱਕ ਦਾ ਨਾਂ ਤਾਂ ਗੋਰਿਆਂ ਵਾਲਾ, ਕ੍ਰਿਸ਼ਨਾ ਵਾਲਾ, ਦੂਸਰੇ ਦਾ ਨਾਂ ਜਾਂ ਇਸਰਾਈਲੀ ਆ ਜਾਂ ਇਰਾਕ ਦੇ ਯਾਜੀਦੀ ਜਾਂ ਇਸ ਕਿਸਮ ਦੇ ਭਾਈਚਾਰੇ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਮਿਲਦਾ ਜੁਲਦਾ। ਸ਼ਾਇਦ ਮੈਂ ਗਲਤ ਹਾਂ ਜੀ, ਪਰ ਬਾਕੀ ਕੁਛ ਵੀ ਨਹੀਂ ਉਹਦੇ ਬਾਰੇ ਲੱਭ ਰਿਹਾ। ਉਹ ਕੰਪਨੀ ਇਕੱਲੀ 1100 ਏਕੜ ਜ਼ਮੀਨ ਦੱਬੀ ਬੈਠੀ ਸੀ। 1100 ਏਕੜ, ਕਿੱਡਾ ਵੱਡਾ ਕਾਲਾ ਮਾਲਾ। ਦੂਸਰਾ ਸਭ ਤੋਂ ਵੱਡਾ ਨਾਂ ਕਿਹਦਾ ਆਉਂਦਾ? 125 ਏਕੜ ਜ਼ਮੀਨ ਪੰਜਾਬ ਦੇ ਪਾਰਲੀਮੈਂਟ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਨਾਂ ਲੱਗਦਾ ਕਿ ਇਹਨਾਂ ਦੇ ਪੁੱਤਰ ਨੇ, ਇਮਾਨ ਸਿੰਘ ਨੇ, ਉੱਥੇ ਨਜਾਇਜ਼ ਕਬਜ਼ਾ ਕੀਤਾ ਸੀ। ਇਮਾਨ ਸਿੰਘ ਦਾ ਬਿਆਨ ਵੀ ਆਇਆ। ਮੈਂ ਉਸ ਬਿਆਨ 'ਚ ਨਹੀਂ ਜਾਣਾ ਚਾਹੁੰਦਾ ਕਿ ਉਹਨੇ ਬਿਆਨ 'ਚ ਕੀ ਕੁਛ ਆਖਿਆ। ਜੋ ਵੀ ਉਹਨੇ ਆਖਿਆ ਉਹਦੇ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਇਮਾਨ ਸਿੰਘ ਦੀ ਭੈਣ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਬੇਟੀ 28 ਏਕੜ ਉਹਦੇ ਨਾਂ 'ਤੇ ਵੀ ਬੋਲਦੇ। ਬਾਕੀ ਕਿਸੇ ਦੇ ਕਿੰਨੇ ਸਾਰੇ ਛੱਡ ਦਿਓ। ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਚਹੇਤਾ ਸਾਬਕਾ ਮੰਤਰੀ ਰਾਮਪੁਰੇ ਫੂਲ ਤੋਂ ਜਿੱਤਿਆ ਸੀ, ਇਸ ਵਾਰੀ ਨਹੀਂ ਜਿੱਤ ਸਕਿਆ, ਗੁਰਪ੍ਰੀਤ ਸਿੰਘ ਕਾਂਗੜ ਜੀ। ਇਹਨੇ ਜਾਂਦੀ ਸਰਕਾਰ ਤੋਂ ਆਪਣੇ ਪੁੱਤਰ ਵਾਸਤੇ ਕੋਈ ਫਾਇਦਾ ਲੈਣ ਦਾ ਯਤਨ ਕੀਤਾ ਸੀ, ਉਹ ਲੈ ਨਹੀਂ ਸਕਿਆ। ਪਰ ਪਤਾ ਲੱਗਾ 5 ਏਕੜ ਦੇ ਉੱਤੇ ਕਬਜ਼ਾ ਇਹਨੇ ਵੀ ਕੀਤਾ ਹੋਇਆ। ਇਹ ਜਿਹੜੇ ਇਸ ਤਰ੍ਹਾਂ ਦੇ ਕਬਜ਼ੇ ਹੋਏ ਸਨ, ਉਹ ਕਬਜ਼ੇ ਜੇ ਕੱਲ੍ਹ ਛਡਾਏ ਗਏ ਅਤੇ ਲੋਕ ਚਾਹੁੰਦੇ ਆ ਕਿ ਸਿਰਫ ਇਹੋ ਹੀ ਨਹੀਂ, ਹੋਰ ਵੀ ਜਿੱਥੇ ਜਿੱਥੇ ਛਡਾਓ। ਪਰ ਮੈਂ ਤੁਹਾਨੂੰ ਦੱਸ ਦਿਆਂ
ਕਿ ਇਹ ਜਿਹੜੇ ਕਬਜ਼ੇ ਆ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਲੀਸ਼ਾਨ ਮਹਿਲ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਹੋਟਲ ਦੇ ਨੇੜੇ ਤੇੜੇ ਛੁਡਾਏ ਗਏ। ਇੱਥੋਂ ਅੱਗੇ ਜਿਉਂ ਤੁਸੀਂ ਚੰਡੀਗੜ੍ਹ ਤੋਂ ਚਲੇ ਜਾਓ, ਹੁਸ਼ਿਆਰਪੁਰ ਕੰਢੀ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਆ। ਜਿਹੜੇ ਨਜਾਇਜ਼ ਕਬਜ਼ੇ ਕੀਤੇ ਆ, ਕਿਸੇ ਨੇ ਕੀਤੇ ਆ, ਕਿਸੇ ਅਫਸਰ ਨੇ, ਕਿਸੇ ਲੀਡਰ ਨੇ, ਉਹ ਸਾਰੇ ਜਿਹੜੇ ਛੁਡਾਏ ਜਾਣੇ ਚਾਹੀਦੇ ਆ। ਪੈਸਾ ਪਬਲਿਕ ਦਾ ਜੀ ਕਿਸੇ ਵੀ ਤਰੀਕੇ ਜੇ ਛੁਡਾਇਆ ਜਾ ਸਕੇ ਤੇ ਪੰਜਾਬ ਦੇ ਲੋਕ ਕਹਿਣਗੇ ਚੰਗਾ ਕੀਤਾ, ਛੁਡਾਇਆ ਜਾਣਾ ਚਾਹੀਦਾ। ਪੰਜ ਸਾਹਿਬ, ਜਦੋਂ ਇਹ ਖਬਰ ਚੱਲ ਰਹੀ ਤਾਂ ਦੂਸਰੇ ਪਾਸੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਤੋਂ ਵੀ ਇਹ ਖਬਰ ਆ ਰਹੀ ਸੀ ਕਿ ਉੱਥੋਂ ਦੇ ਵੀਸੀ ਤੇ ਸਿਹਤ ਮੰਤਰੀ ਜੋੜਾ ਮਾਜਰਾ ਸਾਹਿਬ ਦੇ ਵਿਚਕਾਰ ਕੁਝ ਗੱਲਬਾਤ ਹੋਈ ਹੈ। ਬਹੁਤ ਕੱਲ੍ਹ ਦੀ ਚਰਚਾ ਚੱਲਦੀ ਪਈ ਹੈ, ਤੁਸੀਂ ਇਹਨੂੰ ਕਿਵੇਂ ਦੇਖਦੇ ਆ? ਕਿਉਂਕਿ ਅੱਜ ਤਾਂ ਸ਼ਾਇਦ ਅਸਤੀਫਾ ਵੀ ਦੇ ਦਿੱਤਾ, ਹੁਣ ਸਾਬਕਾ ਵਾਈਸ ਚਾਂਸਲਰ ਕਹਾਂਗੇ ਜਾਂ ਕਿੱਦਾਂ? ਨਹੀਂ, ਸਾਬਕਾ ਜੇ ਨਾ ਕਵਾਂਗੇ ਕਿਉਂਕਿ ਅਸਤੀਫਾ ਅਜੇ ਮਨਜ਼ੂਰ ਨਹੀਂ ਹੋਇਆ ਜੀ, ਤੇ ਸ਼ਾਇਦ ਹੋਵੇ ਵੀ ਨਾ। ਦੇਖੋ, ਮੈਨੂੰ ਉੱਥੇ ਨਹੀਂ ਪਤਾ ਲੱਗਾ ਵੀ ਇਹਨਾਂ ਦੀ ਆਪੋ 'ਚ ਗੱਲਬਾਤ ਕੀ ਹੋਈ ਆ, ਕੋਈ ਇਹੋ ਜਿਹੀ ਵੀਡੀਓ ਨਹੀਂ ਮਿਲੀ। ਪਰ ਇਹ ਪਤਾ ਲੱਗਾ ਕਿ ਸਿਹਤ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਗਏ, ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਉਹਨਾਂ ਦੇ ਨਾਲ ਗਏ। ਵਾਰਡ ਵਿੱਚ ਵੇਖਿਆ ਕਿ ਬਿਸਤਰਿਆਂ ਦੇ ਉੱਤੇ ਉੱਲੀ ਲੱਗੀ ਪਈ ਹੈ। ਉਹਨਾਂ ਨੇ ਵਾਈਸ ਚਾਂਸਲਰ ਨੂੰ ਆਖਿਆ ਵੀ ਇੱਥੇ ਤੁਸੀਂ ਲੰਮੇ ਪੈ ਸਕਦੇ ਹੋ। ਅੱਗੋਂ ਨੇ ਆਰਡਰ ਦਿੱਤਾ ਲੰਮੇ ਪੈਣ ਦਾ, ਜਾਂ ਵਾਈਸ ਚਾਂਸਲਰ ਨੇ ਆਖਿਆ ਜੀ ਲਓ ਮੈਂ ਪੈ ਜਾਣਾ। ਫੋਟੋ ਆਈ ਹੈ ਕਿ ਵਾਈਸ ਚਾਂਸਲਰ ਸਾਹਿਬ ਉਸ ਬੈੱਡ ਤੇ ਲੰਮੇ ਪਏ। ਇਹ ਨੌਬਤ ਨਹੀਂ ਸੀ ਆਉਣੀ ਚਾਹੀਦੀ। ਡਾਕਟਰ ਰਾਜ ਬਹਾਦਰ ਦਾ ਬਥੇਰਾ ਉੱਚਾ ਨਾਂ ਜੀ, ਉਹਨਾਂ ਦੀ ਬਹੁਤ ਸਾਰੇ ਲੋਕ ਇੱਜ਼ਤ ਕਰਦੇ ਆ, ਡਾਕਟਰ ਤੌਰ ਤੇ ਵੀ, ਵਿਅਕਤੀ ਤੌਰ ਤੇ ਵੀ। ਕੁਝ ਲੋਕ ਵਿਰੋਧ ਵੀ ਕਰਦੇ ਆ ਤੇ ਹਰ ਇੱਕ ਦਾ ਹੀ ਹੁੰਦਾ। ਕੁਝ ਗੱਲਾਂ ਉਹਨਾਂ ਦੇ ਖਿਲਾਫ ਵੀ ਕਹੀਆਂ ਜਾ ਰਹੀਆਂ, ਕਹਿਣ ਵਾਲਿਆਂ ਨੂੰ ਵੀ ਹੱਕ ਹੋਊਗਾ। ਪਰ ਜੋ ਕੱਲ੍ਹ ਹੋਇਆ ਉਹ ਗਲਤ ਸੀ। ਇੱਕ ਵਾਈਸ ਚਾਂਸਲਰ ਦਾ ਸਤਿਕਾਰ ਹੁੰਦਾ, ਅਹੁਦੇ ਦਾ ਸਤਿਕਾਰ ਹੁੰਦਾ। ਡਾਕਟਰ ਦੇ ਤੌਰ ਤੇ ਵੀ ਉਹਦਾ ਸਤਿਕਾਰ ਆ, ਪੰਜਾਬ ਵਿੱਚ ਨਹੀਂ ਪੰਜਾਬ ਤੋਂ ਬਾਹਰ ਵੀ ਹੈ। ਸਿਹਤ ਮੰਤਰੀ ਨੂੰ ਗੁੱਸਾ ਜਿੰਨਾ ਮਰਜ਼ੀ ਹੋਵੇ, ਉਹਨੂੰ ਥੋੜ੍ਹਾ ਜਿਹਾ ਆਪਣੇ ਆਪ ਤੇ ਕੰਟਰੋਲ ਰੱਖਣਾ ਚਾਹੀਦਾ ਸੀ। ਜੇ ਇਹਦੇ ਵਾਈਸ ਚਾਂਸਲਰ ਦੇ ਅਹੁਦੇ ਦਾ ਸਤਿਕਾਰ ਰੱਖਣਾ ਸੀ ਤੇ ਉਹਦੇ ਨਾਲ ਸਿਹਤ ਮੰਤਰੀ ਨੂੰ ਆਪਣੇ ਅਹੁਦੇ ਦਾ ਸਤਿਕਾਰ ਵੀ ਸੋਚ ਕੇ ਗੱਲ ਕਰਨੀ ਚਾਹੀਦੀ ਸੀ ਜੀ, ਕਿ ਮੈਂ ਇਹੋ ਜਿਹੀ ਗੱਲ ਨਾ ਕਰਾਂ ਕਿ ਲੋਕੀ ਕਹਿਣ ਸਿਹਤ ਮੰਤਰੀ ਇੱਦਾਂ ਦੇ ਵੀ ਹੁੰਦੇ। ਥੋੜ੍ਹਾ ਖਿਆਲ ਰੱਖ ਲੈਂਦੇ। ਡਰਾਮਾ ਰੱਖਿਆ ਜਾਂਦਾ। ਜੋ ਕੁਝ ਹੋਇਆ ਉਹਦੇ ਉੱਤੇ ਬਹੁਤ ਸਾਰੇ ਥਾਵਾਂ ਤੋਂ ਵਿਰੋਧ ਦੀਆਂ ਆਵਾਜ਼ਾਂ ਆਈਆਂ। ਇੱਕ ਮੈਡੀਕਲ ਕਾਲਜ ਹੋ ਰਿਹਾ, ਉੱਥੋਂ ਦੇ ਪ੍ਰਿੰਸੀਪਲ ਨੇ ਤੇ ਮੈਡੀਕਲ ਸੁਪਰਡੈਂਟ ਨੇ ਲਿਖ ਕੇ ਭੇਜ ਦਿੱਤਾ। ਅਖਬਾਰਾਂ ਨੇ ਤੇ ਲਿਖਿਆ ਵਾ, ਵੈਬਸਾਈਟਾਂ ਤੇ ਆ ਕੇ ਉਹਨਾਂ ਅਸਤੀਫਾ ਦੇ ਦਿੱਤਾ। ਅਸਤੀਫਾ ਨਹੀਂ ਦਿੱਤਾ। ਉਹਨਾਂ ਨੇ ਆਖਿਆ ਕਿ ਪ੍ਰਿੰਸੀਪਲ ਦੀ ਤੇ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਸਾਨੂੰ ਮੁਕਤ ਕਰ ਦਿਓ, ਯਾਨੀ ਨੌਕਰੀ ਸਰਕਾਰ ਦੀ ਕਰਦੇ ਰਹਿਣਗੇ, ਬਾਕੀ ਡਿਊਟੀਆਂ ਕਰਨਗੇ। ਉਹ ਕਹਿੰਦੇ ਜੇ ਅਸੀਂ ਇੰਚਾਰਜ ਹੋਏ ਤੇ ਕੱਲ੍ਹ ਨੂੰ ਸੱਦ ਕੇ ਪੁੱਛਗਿੱਛ ਕਰਦੇ ਆ, ਸਾਨੂੰ ਵੀ ਇੱਦਾਂ ਦੀ ਬੇਇੱਜ਼ਤੀ ਕੀਤੀ ਜਾ ਸਕਦੀ ਹੈ। ਹੋਰ ਵੀ ਬਹੁਤ ਸਾਰੀਆਂ ਥਾਵਾਂ ਤੋਂ ਰੋਸ ਆਇਆ। ਸਿਆਸੀ ਪਾਰਟੀਆਂ ਦੀਆਂ ਵਿਰੋਧੀ ਉਹਨਾਂ ਨੇ ਵੀ ਇਤਰਾਜ਼ ਕੀਤਾ। ਪਰ ਇਹਦੇ 'ਚ ਜਿਹੜੀ ਆਖਰੀ ਗੱਲ ਉਹ ਇਹ ਕਿ ਜਦੋਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਮਿਲਣ ਗਿਆ ਡਾਕਟਰ ਰਾਜ ਬਹਾਦਰ ਨੂੰ, ਤੇ ਡਾਕਟਰ ਰਾਜ ਬਹਾਦਰ ਭਾਵਕ ਤੇ ਬਹੁਤ ਹੋਏ, ਪਰ ਨਾਲ ਉਹਨਾਂ ਨੇ ਇੱਕ ਗੱਲ ਕਹਿ ਦਿੱਤੀ ਕਿ ਇਹ ਘਟਨਾ ਇੰਨੀ ਕੁ ਮਾੜੀ ਮਹਿਸੂਸ ਕੀਤੀ ਗਈ ਹੈ ਕਿ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਮੈਨੂੰ ਫੋਨ ਕਰਕੇ ਇਸ ਗੱਲ ਦੇ ਉੱਤੇ ਅਫਸੋਸ ਪ੍ਰਗਟ ਕੀਤਾ। ਉਹਨਾਂ ਨੇ ਸੌਰੀ ਕਿਹਾ। ਫਿਰ ਪੱਤਰਕਾਰਾਂ ਨੇ ਪੁੱਛਿਆ ਜੀ ਹੁਣ ਤੁਹਾਡਾ ਅਸਤੀਫਾ ਮਨਜ਼ੂਰ ਹੋ ਗਿਆ, ਸਮਝ ਲਈਏ ਕਿ ਕੀ? ਉਹਨਾਂ ਨੇ ਇਹ ਨਹੀਂ ਆਖਿਆ ਮੈਂ ਛੱਡ ਰਿਹਾ। ਉਹਨਾਂ ਆਖਿਆ ਅਸਤੀਫਾ ਮਨਜ਼ੂਰ ਕਰਨਾ ਕਿ ਨਹੀਂ ਕਰਨਾ ਇਹ ਮੁੱਖ ਮੰਤਰੀ ਦਾ ਕੰਮ, ਸਰਕਾਰ ਦਾ ਕੰਮ ਹੈ, ਮੇਰਾ ਨਹੀਂ। ਮੈਂ ਸਮਝਦਾ ਕਿ ਜੋ ਕੁਝ ਹੋ ਗਿਆ ਇਹਦੇ ਤੋਂ ਬਾਅਦ ਜੇ ਮੁੱਖ ਮੰਤਰੀ ਸਾਹਿਬ ਸੌਰੀ ਫੀਲ ਕਰਦੇ ਆ, ਅਫਸੋਸ ਪ੍ਰਗਟ ਕਰਦੇ ਆ, ਸਿਹਤ ਮੰਤਰੀ ਵੀ ਅਫਸੋਸ ਪ੍ਰਗਟ ਕਰੇ। ਕਦੇ ਉਹ ਹੀ ਨਹੀਂ, ਬਹੁਤ ਸਾਰੇ ਸਾਡੇ ਵਰਗੇ ਲੋਕਾਂ ਨੂੰ ਵੀ ਇਸ ਗੱਲ ਦਾ ਅਫਸੋਸ ਹੈ ਕਿ ਇਸ ਡਾਕਟਰ ਦੇ ਨਾਲ, ਨਾਮਣੇ ਵਾਲੇ ਡਾਕਟਰ ਨਾਲ ਮਾੜੀ ਹੋਈ ਹੈ। ਪਰ ਡਾਕਟਰ ਸਾਹਿਬ ਨੂੰ ਸੇਵਾ ਕਰਦੇ ਰਹਿਣਾ ਚਾਹੀਦਾ, ਲੋਕਾਂ ਨੂੰ ਲੋੜ ਹੈ। ਜੀ ਬਸ ਸਭ ਅੱਗੇ ਵਧਦੇ ਹਾਂ। ਦਿੱਲੀ ਤੋਂ ਇੱਕ ਜੱਜ ਨੇ ਰਚਨਾ ਲਖਨਪਾਲ ਕਹਿੰਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ, ਕੀ ਕਾਰਨ ਹੈ? ਇਹ ਮਾਮਲਾ 2016 ਤੋਂ ਚੱਲਦਾ। ਗ੍ਰਿਫਤਾਰ ਉਦੋਂ ਵੀ ਕੀਤਾ ਸੀ, ਹੁਣ ਸ਼ਾਇਦ ਦੋਹਰੀ ਵਾਰ ਕੀਤਾ ਗਿਆ। ਹੋਇਆ ਇਹ ਹੈ ਕਿ ਉਹ ਤੇ ਉਹਦਾ ਪਤੀ ਦੋਵੇਂ ਜਣੇ ਇਸੇ ਕਿੱਤੇ ਨਾਲ ਜੁੜੇ ਹੋਏ ਆ। ਅਸੀਂ ਅਦਾਲਤਾਂ ਦਾ ਸਤਿਕਾਰ ਕਰਦੇ ਹਾਂ ਤੇ ਬਹੁਤ ਜ਼ਿਆਦਾ ਕਰਦੇ ਹਾਂ। ਜਿਹੜੀ ਗੱਲ ਨਿਕਲਦੀ ਉਹ ਇਹ ਕਿ ਇੱਕ ਜਾਇਦਾਦ ਦੇ ਝਗੜੇ 'ਚ ਅਦਾਲਤ ਨੇ ਇੱਕ ਵਕੀਲ ਨੂੰ ਕਮਿਸ਼ਨ ਅਪਾਇੰਟ ਕੀਤਾ ਸੀ। ਜਦੋਂ ਦੋ ਪਾਰਟੀਆਂ ਦਾ ਝਗੜਾ ਹੋਵੇ ਤੇ ਅਦਾਲਤਾਂ ਆਮ ਤੌਰ ਤੇ ਕਿਸੇ ਵਕੀਲ ਨੂੰ ਕਮਿਸ਼ਨ ਨਿਯੁਕਤ ਕਰ ਦਿੰਦੀਆਂ
ਕਿ ਤੂੰ ਉੱਥੇ ਜਾ ਕੇ ਵੇਖ ਕੇ ਦੱਸ ਆਹ ਪਾਰਟੀ ਠੀਕ ਕਿ ਆਹ ਠੀਕ, ਪੱਖ ਕਿਹਦਾ ਠੀਕ ਕਿਹਦਾ ਗਲਤ। ਉੱਥੇ ਵੀ ਵਕੀਲ ਨੂੰ ਕਮਿਸ਼ਨ ਅਪਾਇੰਟ ਕਰਤਾ। ਵਕੀਲ ਤੇ ਬੀਬੀ ਰਚਨਾ ਲਖਨਪਾਲ ਜੱਜ ਜਿਹੜੇ ਇਹ ਆਪੋ 'ਚ ਮਿਲੇ ਸਨ, ਇਹਦਾ ਪਤੀ ਵੀ ਮਿਲਿਆ ਸੀ। ਵਕੀਲ ਸਾਹਿਬ ਨੇ ਉਸ ਪਾਰਟੀ ਨੂੰ ਜਾ ਕੇ ਆਖਿਆ ਕਿ ਰੁਪਈਆ ਚਾਹੀਦਾ 22 ਲੱਖ, ਕੇਸ ਤੁਹਾਡੇ ਹੱਕ 'ਚ ਹੋ ਜੂ, 2 ਲੱਖ ਮੇਰਾ ਤੇ 20 ਲੱਖ ਬੀਬੀ ਜੀ ਜੱਜ ਦਾ। ਗੱਲ ਇਹਨਾਂ ਦੀ ਮੁੱਕੀ ਜਾ ਕੇ 5 ਲੱਖ ਤੇ। ਜਦੋਂ ਉਸ ਬੰਦੇ ਨੇ 5 ਲੱਖ ਦੇ ਦਿੱਤਾ ਤੇ ਫਿਰ CBI ਨੇ ਉਸ ਵਕੀਲ ਨੂੰ ਫੜ ਲਿਆ। ਉਹਦੇ ਕੋਲੋਂ 5 ਲੱਖ ਰੁਪਏ ਰਿਕਵਰ ਹੋ ਗਏ। ਫਿਰ ਅਗਲਾ ਕੰਮ ਇਹ ਸੀ ਕਿ ਉਹਨੂੰ ਮੁੜ ਕੇ ਟਰੈਪ ਦੇ ਤੌਰ ਤੇ ਵਰਤਿਆ ਤੇ ਜੱਜ ਕੋਲ ਭੇਜਿਆ। ਉਹਨੇ ਜਾ ਕੇ ਜੱਜ ਨੂੰ ਆਖਿਆ ਕਿ ਆ ਉਹਨਾਂ ਨੇ ਦਿੱਤੇ ਆ ਜੀ 5 ਲੱਖ ਰੁਪਏ, ਇਹਦੇ 'ਚ ਤੁਸੀਂ ਆਪਣੇ ਰੱਖ ਲਓ ਤੇ ਮੇਰੇ ਦੇ ਦਿਓ। ਤੇ ਜੱਜ ਬੀਬੀ ਤੇ ਉਹਦੇ ਪਤੀ ਨੇ ਉਹਦੇ 'ਚੋਂ 5 ਲੱਖ 'ਚੋਂ 4 ਰੱਖ ਲਏ ਤੇ 1 ਲੱਖ ਰੁਪਇਆ ਕਮਿਸ਼ਨ ਮਨੀ ਉਹਨੂੰ ਜਦੋਂ ਫੜਾਈ ਤੇ ਪਿੱਛੇ CBI ਵਾਲੇ ਖੜੇ ਸੀ, ਉਹਨਾਂ ਨੇ ਆ ਕੇ ਫੜ ਲਿਆ। ਫਿਰ ਬੀਬੀ ਦੇ ਘਰੋਂ ਕਹਿੰਦੇ 90 ਕੁ ਲੱਖ ਰੁਪਏ ਫੜੇ ਗਏ ਸਨ। ਮਾਮਲਾ ਵਾਵਾ ਟੇਢਾ ਜੀ। ਇਹਦੇ ਤੋਂ ਹੁਣ ਜਾ ਕੇ ਗੱਲ ਉਹ ਆਉਂਦੀ ਆ ਕਿ ਕੀੜੇ ਮਾਰਨ ਵਾਸਤੇ ਦਵਾਈ ਲਿਆਂਦੀ ਸੀ, ਉਹਦੇ ਵਿੱਚ ਵੀ ਕੀੜੇ ਪੈ ਗਏ। ਜੀ। ਜਿਹੜੀਆਂ ਅਦਾਲਤਾਂ ਨੇ ਅਪਰਾਧੀਆਂ ਨੂੰ ਸਜ਼ਾ ਦੇਣੀ ਹੈ, ਜੇ ਦਿੱਲੀ ਦੀ 30 ਹਜ਼ਾਰੀ ਕੋਰਟ ਦੀ ਇੱਕ ਜੱਜ ਬੀਬੀ ਤੇ ਉਹਦਾ ਪਤੀ ਤੇ ਜਿਹੜੇ ਵਕੀਲ ਨੂੰ ਕਮਿਸ਼ਨ ਬਣਾਇਆ ਵਾ, ਕਮਿਸ਼ਨ ਅਪਾਇੰਟ ਕੀਤਾ, ਇਹਦਾ ਮਤਲਬ ਕਿ ਉਹਦੇ ਉੱਤੇ ਵੀ ਜੱਜ ਵਰਗੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜੇ ਉਹ ਵੀ ਇਨਸਾਫ ਨੂੰ ਇਸ ਤਰ੍ਹਾਂ ਵੇਚਣ ਤੁਰ ਪੈਣ ਤੇ ਲੋਕ ਦਵਾਈ ਕਿੱਥੇ ਦੇਣਗੇ? ਉਹ ਮਾਮਲਾ ਤੁਰਦਾ ਰਿਹਾ। ਹੁਣ ਫੇਰ ਦੁਬਾਰਾ ਉਹਦੇ ਵਿੱਚ ਕੁਝ ਹੋਰ ਰਿਕਵਰੀ ਹੋਈ ਆ, ਨਵੇਂ ਸਿਰਿਓਂ ਕਹਿੰਦੇ ਕੋਈ ਗ੍ਰਿਫਤਾਰੀ ਪਈ ਆ। ਉਸ ਬੀਬੀ ਦਾ ਮਾਮਲਾ ਗੰਭੀਰ ਹੈ। ਇਹ ਹੋ ਸਕਦਾ ਕਿ ਸਜ਼ਾ ਉਹਨੂੰ ਸਖਤ ਮਿਲ ਜਾਵੇ। ਉਂਝ ਮੈਂ ਚੇਤਾ ਕਰਾ ਦਿਆਂ ਕਿ ਅਜੇ ਬਹੁਤੇ ਦਿਨ ਨਹੀਂ ਹੋਏ, ਇਸੇ ਮਹੀਨੇ ਦੀ ਗੱਲ ਜੁਲਾਈ ਦੀ ਹੈ, ਜੇ ਜੁਲਾਈ ਮੁੱਕਾ ਨਹੀਂ। ਦੱਖਣ ਦੀ ਇੱਕ ਸਟੇਟ ਦੇ ਵਿੱਚ ਇੱਕ ਬੀਬੀ ਜ਼ਿਲ੍ਹਾ ਪੱਧਰ ਦੀ ਸੈਸ਼ਨ ਜੱਜ ਅਜੇ ਨਵੀਂ ਅਪਾਇੰਟ ਹੋਈ ਸੀ, ਉਹਨੂੰ ਵੀ ਨੌਕਰੀ ਤੋਂ ਕੱਢਿਆ ਗਿਆ। ਇਸ ਕਰਕੇ ਕੱਢਿਆ ਗਿਆ ਕਿ ਪਤਾ ਨਹੀਂ ਕਿਸੇ ਪਾਰਟੀ ਨਾਲ ਕੀ ਗੱਲਬਾਤ ਹੋਈ। ਕਤਲ ਦਾ ਕੇਸ ਉਹਦੇ ਕੋਲ ਲੱਗਾ ਸੀ ਤੇ ਉਹਨੇ ਸਜ਼ਾ ਦਿੱਤੀ 5 ਸਾਲ, ਜਦ ਕਿ ਕਤਲ ਦੇ ਵਿੱਚ ਫਾਂਸੀ ਹੋ ਸਕਦੀ ਹੈ, ਉਮਰ ਕੈਦ ਹੋ ਸਕਦੀ ਹੈ, ਘੱਟੋ ਘੱਟ ਵੀ ਹੋਵੇ 10 ਸਾਲ ਹੋ ਸਕਦੀ ਹੈ। ਉਹਨੂੰ 5 ਸਾਲ ਕਿਉਂ ਦਿੱਤੀ ਗਈ? ਰੌਲਾ ਪੈ ਗਿਆ ਸਾਰੇ ਪਾਸੇ ਕਿ ਇਹਨੇ ਬੀਬੀ ਨੇ ਕਰਤਾ। ਉਹਨੇ ਰਾਤੋਂ ਰਾਤ ਫਾਈਲ ਲਿਆ ਕੇ ਮੰਗਾ ਕੇ ਉਹਦਾ ਆਪੇ ਰਿਵਿਊ ਕਰਤਾ, ਜਾ ਕੇ ਉਹ ਕਰ ਨਹੀਂ ਸੀ ਸਕਦੀ ਤੇ ਰਿਵਿਊ 'ਚ ਲਿਖਿਆ ਹੈ ਤਾਂ 302 ਦਾ ਕਤਲ ਦਾ ਜਿਹੜਾ ਇਰਾਦੇ ਵਾਲਾ ਕਤਲ ਹੁੰਦਾ ਉਹ ਤੇ ਬਣਦਾ ਹੀ ਨਹੀਂ। ਇਹ ਤਾਂ ਇਹ ਹੈ ਕਿ ਕਤਲ ਨਹੀਂ ਸੀ ਕਰਨਾ ਚਾਹੁੰਦੇ, ਇਹਨਾਂ ਤੋਂ ਸਹਿਸਬਾ ਹੋ ਗਿਆ। ਉਹ 304 ਬਣਾਤੀ। 304 ਹੁੰਦੀ ਹੈ ਕਿ ਮਾੜੀ ਜੀ ਝੋਕ ਆ ਗਈ, ਟਰੱਕ ਡਰਾਈਵਰ ਤੋਂ ਇੱਧਰ ਉੱਧਰ ਹੋ ਗਿਆ ਤੇ 2 ਬੰਦੇ ਮਰ ਗਏ, 1 ਮਰ ਗਿਆ। ਉਹਦੇ 'ਚ ਕਸੂਰ ਬਹੁਤਾ ਨਹੀਂ ਗਿਣਿਆ ਜਾਂਦਾ ਕਿ ਮਾਰਨਾ ਨਹੀਂ ਸੀ ਚਾਹੁੰਦਾ, ਕੋਈ ਦੁਸ਼ਮਣੀ ਤੇ ਹੈ ਨਹੀਂ ਸੀ, ਮਰ ਗਿਆ। ਉਹ 'ਚ ਸਜ਼ਾ ਘੱਟ ਹੁੰਦੀ ਹੈ। ਬੀਬੀ ਨੇ ਆਪਣੇ ਕੇਸ ਦੀ ਆਪੇ ਰਿਵਿਊ ਕੀਤਾ, ਆਪੇ ਸਜ਼ਾ ਘਟਾਤੀ। ਉਹ ਮਾਮਲਾ ਹਾਈ ਕੋਰਟ ਗਿਆ। ਹਾਈ ਕੋਰਟ ਨੇ ਉਹਨੂੰ ਆਖਿਆ ਕਿ ਨੌਕਰੀ ਤੋਂ ਕੱਢ ਦਿਓ। ਉਹ ਸੁਪਰੀਮ ਕੋਰਟ ਗਈ ਤੇ ਸੁਪਰੀਮ ਕੋਰਟ ਨੇ ਵੀ ਸਾਰੀ ਸੁਣਵਾਈ ਤੋਂ ਬਾਅਦ ਆਖਿਆ ਕੱਢ ਦਿਓ। ਮਾਮਲਾ ਬਹੁਤ ਸ਼ੱਕੀ ਸੀ ਕਿ ਐਡਾ ਵੱਡਾ ਰਿਸਕ ਉਹ ਆਪੇ ਨਹੀਂ ਲੈ ਸਕਦੀ ਜੀ। ਇੱਥੇ ਵੀ ਹੁਣ ਸਾਫ਼ ਹੀ ਕਰਪਸ਼ਨ ਦਾ ਕੇਸ ਹੈ। ਕੀ ਤੁਸੀਂ ਆਖੋਗੇ? ਇਹ ਜਿਹੜਾ ਇੱਕ ਬੰਦਾ ਉੱਥੇ ਪਟਨਾ ਸਾਹਿਬ ਜਾ ਕੇ ਵੱਡੀਆਂ ਸੋਨੇ ਦੀਆਂ ਚੀਜ਼ਾਂ ਚੜਾਉਂਦਾ ਫਿਰਦਾ ਤੇ ਅੱਜ ਕੱਲ੍ਹ ਵਿਵਾਦਾਂ 'ਚ, ਬਿਲਕੁਲ, ਉਹਨੇ ਵੀ ਇੱਕ ਵਾਰੀ 3-4 ਜੱਜ ਇੱਥੇ ਚੰਡੀਗੜ੍ਹ ਦੇ ਤੇ ਜਲੰਧਰ ਦੇ ਫੜਾਤੇ ਸੀ। ਪੈਸੇ ਦੇ ਲੈਣ ਦੇਣ ਸੀ, ਉਹਨਾਂ 'ਚੋਂ ਇੱਕ ਨੂੰ ਫਿਰ ਸਜ਼ਾ ਹੋ ਗਈ ਸੀ। ਇਹ ਹੁਣ ਨਿਆਂਪਾਲਕਾਂ ਨੂੰ ਆਪਣੇ ਨਿਆਂਪਾਲਕਾਂ ਦੇ ਮੰਦਰਾਂ 'ਚ ਬੈਠੇ ਜੱਜਾਂ ਦੇ ਉੱਤੇ ਵੀ ਸਖਤੀ ਕਰਨੀ ਪਏਗੀ ਜੀ। ਪੰਨ ਸਾਹਿਬ, ਨੀਤੀ ਆਯੋਗ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਮੁੱਖ ਮੰਤਰੀ ਸਾਹਿਬ ਸਮਾਂ ਦੇਣ, ਮੁਲਾਕਾਤ ਕਰਨੀ, ਗੱਲਬਾਤ ਕਰਨੀ ਹੈ। ਸਰਕਾਰ ਪਹਿਲਾਂ ਵੀ ਬਣਦੀ ਰਹੀ ਹੈ, ਪਹਿਲਾਂ ਦੇ ਮੁੱਖ ਮੰਤਰੀਆਂ ਨੇ ਮੁਲਾਕਾਤ ਕਿਉਂ ਨਹੀਂ ਕੀਤੀ ਤੇ ਇਸ ਵਾਰੀ ਕਿਉਂ ਇਹ ਯਾਦ ਆਇਆ? ਇਹ ਜਿਹੜਾ ਨੀਤੀ ਆਯੋਗ ਆ, ਪੰਡਿਤ ਜਵਾਹਰ ਲਾਲ ਨਹਿਰੂ ਦੇ ਵਕਤ ਇਹ ਪਲੈਨਿੰਗ ਕਮਿਸ਼ਨ ਬਣਿਆ ਸੀ ਜੀ। ਇਹਨੂੰ ਪੰਜਾਬੀ ਤੇ ਹਿੰਦੀ 'ਚ ਯੋਜਨਾ ਕਮਿਸ਼ਨ ਕਹਿੰਦੇ ਹੁੰਦੇ ਸੀ। ਚੱਲਦਾ ਰਿਹਾ, 5 ਸਾਲਾ ਪਲਾਨ ਵੀ ਬਣਦੀਆਂ ਰਹੀਆਂ, ਵਿੱਚ ਦੀਆਂ ਯੋਜਨਾਵਾਂ ਵੀ ਬਣਦੀਆਂ ਰਹੀਆਂ। ਜਦੋਂ ਨਰਿੰਦਰ ਮੋਦੀ ਸਰਕਾਰ ਆਈ ਤੇ ਹਿੰਦੀਕਰਨ ਜਿਹੜਾ ਨਾ ਉਹ ਹਿੰਦੂਤਵ ਦੀ ਧਾਰਨਾ ਮੁਤਾਬਕ ਕਰਨਾ ਸ਼ੁਰੂ ਕੀਤਾ ਤੇ ਉਦੋਂ ਇਹਦਾ ਨਾਂ ਪਲੈਨਿੰਗ ਜਿਹੜਾ ਸੀ
ਉਹ ਨੀਤੀ ਕਰਤਾ ਤੇ ਆਯੋਗ ਦਾ ਹਿੰਦੀ ਦਾ ਜਿਹੜਾ ਕਮਿਸ਼ਨ ਸੀ ਉਹਨੂੰ ਹਿੰਦੀ 'ਚ ਆਯੋਗ ਕਰਤਾ। ਵੱਖਰੇ ਦਫ਼ਤਰ 'ਚੋਂ ਚੱਲਦਾ ਸੀ, ਉੱਥੇ ਚੱਕ ਕੇ ਲਿਆ ਕੇ ਪ੍ਰਧਾਨ ਮੰਤਰੀ ਦਫ਼ਤਰ ਦੇ ਵਿੱਚ ਹੀ ਕਮਰੇ ਅਲਾਟ ਕਰਤੇ ਕਿ ਤੁਸੀਂ ਇੱਥੇ ਹੀ ਬੈਠੋਗੇ। ਯਾਨੀ ਪ੍ਰਧਾਨ ਮੰਤਰੀ ਦੀ ਟੀਮ ਚਲਾਉਂਦੀ ਹੈ, ਨੀਤੀ ਆਯੋਗ ਤਾਂ ਐਵੇਂ ਹੀ ਹੈ। ਉਹਦਾ ਪਲੈਨਿੰਗ ਕਮਿਸ਼ਨ ਹੈ, ਹਰ ਵਾਰੀ ਨਵੀਂ ਯੋਜਨਾਬੰਦੀ ਕਰਨ ਤੋਂ ਪਹਿਲਾਂ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਬੈਠ ਕੇ ਮੀਟਿੰਗਾਂ ਕਰਦਾ ਹੈ ਕਿ ਤੁਹਾਡੀ ਅੱਗੋਂ ਯੋਜਨਾਬੰਦੀ ਕੀ ਹੈ, ਕੀ ਤੁਸੀਂ ਕਰ ਲਿਆ, ਕੀ ਕਰਨਾ, ਉਹਦੇ ਵਾਸਤੇ ਕਿੰਨਾ ਕੁ ਪੈਸਾ ਚਾਹੀਦਾ, ਤੁਸੀਂ ਕਿੰਨੇ ਕੁ ਜੋਗੇ ਹੋ, ਕਿੰਨਾ ਕੁ ਇਕੱਠਾ ਕਰ ਲਓਗੇ, ਕਿੰਨੇ ਕੁ ਦੀ ਤੁਹਾਨੂੰ ਕੇਂਦਰ ਤੋਂ ਮਦਦ ਦੀ ਲੋੜ ਹੈ। ਇਹ ਸਾਰਾ ਕੁਝ ਤੈਅ ਹੁੰਦਾ। ਪਿਛਲੇ ਸਾਰੇ ਸਮੇਂ 'ਚ ਹੁੰਦਾ ਰਿਹਾ। ਬਾਦਲ ਸਾਹਿਬ ਦੇ ਵਕਤ ਵੀ ਹੁੰਦਾ ਸੀ। ਤੁਹਾਨੂੰ ਯਾਦ ਹੋਊਗਾ ਇੱਕ ਵਾਰੀ ਪਲੈਨਿੰਗ ਕਮਿਸ਼ਨ ਨੇ ਸੱਦਿਆ ਤੇ ਬਾਦਲ ਸਾਹਿਬ ਪਲੈਨਿੰਗ ਕਮਿਸ਼ਨ ਨੇ ਉੱਥੇ ਸੱਦਣ ਦੇ ਬਜਾਏ ਆਪ ਉੱਥੇ ਗਏ ਸਨ ਦਿੱਲੀ, ਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੂੰ ਆਖਿਆ ਨਾਲ ਚੱਲੀ ਜੀ। ਉੱਥੇ ਗਏ ਤੇ ਸੁਨੀਲ ਜਾਖੜ ਨੇ ਵੇਖ ਕੇ ਕਿ ਮੇਰੇ ਫਾਦਰ ਦੇ ਦੋਸਤ ਨੇ ਉਹਨਾਂ ਦੇ ਗੋਡੀਆਂ ਥਲਾਤਾ ਤੇ ਉਹ ਫੋਟੋ ਅਕਾਲੀ ਦਲ ਨੇ ਘੁਮਾਈ ਕਿ ਬਾਦਲ ਸਾਹਿਬ ਦੇ ਗੋਡੀਆਂ ਹੱਥਾਂ ਵਿਰੋਧੀ ਧਿਰ ਦੇ ਲੀਡਰ ਵੀ ਲਾਉਂਦੇ ਆ। ਤੇ ਅਗਲੇ ਦਿਨ ਸੁਨੀਲ ਜਾਖੜ ਨੇ ਆਖਿਆ ਸੀ ਯੋਜਨਾ ਕਮਿਸ਼ਨ 'ਚ ਅਸੀਂ ਇਕੱਠੇ ਗਏ ਹਾਂ ਜੀ ਤਾਂ ਕਿ ਪੰਜਾਬ ਦੀ ਯੋਜਨਾ ਮਿਲ ਕੇ ਬਣਾਈਏ। ਮੇਰੇ ਪਿਤਾ ਜੀ ਦੇ ਦੋਸਤ ਹੋਣ ਕਰਕੇ ਬਜ਼ੁਰਗ ਨੇ ਮੈਨੂੰ ਗੋਡੀਆਂ ਹੱਥ ਲਾਇਆ, ਪਰ ਜੋ ਅਕਾਲੀ ਦਲ ਨੇ ਕਰਤਾ ਇਹਨਾਂ ਦੱਸਤਾ ਕਿ ਅੱਗੇ ਤੋਂ ਬਾਦਲ ਸਾਹਿਬ ਦੇ ਗੋਡੀਆਂ ਹੱਥ ਲਾਉਣ ਦੀ ਲੋੜ ਨਹੀਂ। ਇਹ ਚਲੋ ਫਾਲਤੂ ਗੱਲ ਹੈ। ਇਹ ਵੀ ਉਦੋਂ ਯੋਜਨਾ ਕਮਿਸ਼ਨ ਜਾਂਦੇ ਸਨ। ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਵਾਰੀ ਆਈ, ਉਹਦੇ ਕੋਲ ਇੰਨਾ ਵੇਲ ਹੀ ਨਹੀਂ ਸੀ ਉਸ ਸੀਸਮਾਂ ਵਾਲੇ ਮਹਿਲ 'ਚੋਂ ਨਿਕਲਣ ਦਾ ਜੀ। ਉਹਨਾਂ ਦੇ ਚੀਫ ਸੈਕਟਰੀ ਨੂੰ ਆਖਿਆ ਕਿ ਮੁੱਖ ਮੰਤਰੀ ਨੂੰ ਕਹੋ ਸਾਨੂੰ ਟਾਈਮ ਦੇਵੇ, ਬੈਠਣਾ, ਯੋਜਨਾ ਬਣਾਉਣੀ ਹੈ। ਚੀਫ ਸੈਕਟਰੀ ਨੇ ਜਵਾਬ ਹੀ ਨਹੀਂ ਦਿੱਤਾ। ਫਿਰ ਦੂਸਰੀ ਚਿੱਠੀ ਲਿਖੀ, ਫਿਰ ਜਵਾਬ ਨਹੀਂ ਦਿੱਤਾ। ਮੁੜ ਕੇ ਉਹਨਾਂ ਸਿੱਧੀ ਚਿੱਠੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲਿਖੀ ਕਿ ਤੁਸੀਂ ਕਦੋਂ ਮਿਲ ਰਹੇ ਹੋ, ਤੁਹਾਡੇ ਨਾਲ ਬੈਠ ਕੇ ਪ੍ਰੋਗਰਾਮ ਬਣਾਉਣਾ। ਅਮਰਿੰਦਰ ਸਿੰਘ ਨੇ ਵੀ ਜਵਾਬ ਨਹੀਂ ਦਿੱਤਾ। ਮੁੜ ਕੇ ਉਹ ਮੁੱਖ ਮੰਤਰੀ ਦੀ ਕੁਰਸੀ ਛੱਡ ਗਿਆ, ਚਰਨਜੀਤ ਸਿੰਘ ਚੰਨੀ ਆ ਗਿਆ ਜੀ। ਉਹਨਾਂ ਚਰਨਜੀਤ ਸਿੰਘ ਚੰਨੀ ਨੂੰ ਚਿੱਠੀਆਂ ਲਿਖੀਆਂ, ਇਹਦੇ ਚੀਫ ਸੈਕਟਰੀ ਨੂੰ ਲਿਖੀਆਂ ਕਿ ਟਾਈਮ ਦਿਓ ਜੀ, ਪੰਜਾਬ ਦੀ ਯੋਜਨਾ ਬਣਾਉਣੀ ਹੈ। ਇਹਨਾਂ ਨੇ ਵੀ ਚਿੱਠੀਆਂ ਦਾ ਜਵਾਬ ਤੱਕ ਨਹੀਂ ਦਿੱਤਾ, ਯੋਜਨਾ ਕਮਿਸ਼ਨ ਨਾਲ ਨਹੀਂ ਬੈਠੇ। ਹੁਣ ਸਰਕਾਰ ਹੈ ਭਗਵੰਤ ਮਾਨ ਦੀ, ਮੁੱਖ ਮੰਤਰੀ ਦੇ ਤੌਰ ਤੇ ਇਹਨੂੰ ਉਹਨਾਂ ਨਾਲ ਬਹਿਣਾ ਪੈਣਾ। ਉਹਨਾਂ ਨੇ ਚਿੱਠੀ ਭੇਜ ਦਿੱਤੀ ਹੈ, ਦੱਸੋ ਜੀ ਕਦੋਂ ਬੈਠੇ। ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਵੀ ਬੈਠਦਾ, ਸਾਰੇ ਰਾਜਾਂ ਦੇ ਮੁੱਖ ਮੰਤਰੀ ਬੈਠਦੇ ਆ। ਇਹ ਤਾਂ ਸਿਰਫ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਨਹੀਂ ਬੈਠੇ। ਮੈਂ ਸਮਝਦਾ ਕਿ ਪੰਜਾਬ ਦਾ ਭਲਾ ਇਸ ਗੱਲ ਵਿੱਚ ਤੇ ਆ ਕਿ ਬਿਨਾਂ ਦੇਰੀ ਤੋਂ ਪੰਜਾਬ ਦਾ ਹੋਣ ਵਾਲਾ ਮੁੱਖ ਮੰਤਰੀ ਟਾਈਮ ਕੱਢੇ, ਯੋਜਨਾ ਕਮਿਸ਼ਨ ਨਾਲ ਬੈਠ ਕੇ ਸਾਰੀਆਂ ਗੱਲਾਂ ਜੋ ਕੁਝ ਕਰਨ ਦੀ ਲੋੜ ਆ ਉਹ ਕਰੇ। ਪੰਜਾਬ ਦੇ ਬਹੁਤ ਸਾਰੇ ਮਸਲੇ ਜੀ। ਅਜੇ ਤਾਂ ਪਰਾਲੀ ਵਾਲਾ ਮਸਲਾ ਜਿਹੜੀ ਇਹਨਾਂ ਨੇ ਪ੍ਰਪੋਜ਼ਲ ਭੇਜੀ ਆ ਬਿਲਕੁਲ 에ਅਰ ਕੁਆਲਿਟੀ ਕਮਿਸ਼ਨ ਨੂੰ ਕਿ 2.5 ਰੁਪਇਆ ਕਿਸਾਨਾਂ ਦਿਓ, ਜਿਸ ਤੋਂ 500 ਅਸੀਂ ਦਿਆਂਗੇ, 500 ਦਿੱਲੀ ਸਰਕਾਰ ਦਿਓ ਤੇ 1.5 ਤੁਸੀਂ ਦਿਓ ਕੇਂਦਰ ਵਾਲੇ। ਗੱਲ ਤਾਂ ਉੱਤੇ ਵੀ ਕਰਨੀ ਪੈਣੀ ਹੈ। GST ਦੇ ਮਾਮਲੇ 'ਚ ਜਿੰਨੀਆਂ ਪੈਸੇ ਅੱਗੇ ਮਿਲਦੇ ਸੀ ਰਾਜਾਂ ਨੂੰ, ਅੱਗੋਂ ਕੇਂਦਰ ਸਰਕਾਰ ਕਹਿੰਦੀ ਨਹੀਂ ਦੇਣੀ, ਤੇ ਫਿਰ ਸਰਕਾਰ ਪੰਜਾਬ ਦੀ ਕਿੱਦਾਂ ਚੱਲੂਗੀ? ਗੱਲ ਤਾਂ ਇਹਦੇ ਬਾਰੇ ਵੀ ਕਰਨੀ ਪੈਣੀ ਹੈ ਜੀ। ਇੱਥੇ ਬਹੁਤ ਸਾਰਾ ਇਨਫਰਾਸਟ੍ਰਕਚਰ ਦਾ ਕੰਮ ਕਰਨ ਵਾਲਾ ਉਹ ਵੀ ਕਰਨਾ ਪੈਣਾ। ਜੇ ਕੱਲ੍ਹ ਨੂੰ ਕੋਈ ਵੱਡਾ ਪ੍ਰੋਜੈਕਟ ਕੇਂਦਰ ਸਰਕਾਰ ਨੇ ਪੰਜਾਬ 'ਚ ਲਾਉਣਾ ਤੇ ਉਹਨੂੰ ਵੀ ਪੰਜਾਬ ਦੀ ਸਰਕਾਰ ਨਾਲ ਗੱਲ ਕਰਨੀ ਪੈਣੀ ਆ। ਤੇ ਜੇ ਪੰਜਾਬ ਸਰਕਾਰ ਕੋਈ ਨਵਾਂ ਪ੍ਰੋਜੈਕਟ ਲਾਉਂਦੀ ਹੈ, ਫਰਜ਼ ਕਰੋ ਮੈਡੀਕਲ ਕਾਲਜ ਹੀ ਖੋਲ੍ਹਣ, ਤੇ ਮੈਡੀਕਲ ਕਾਉਂਸਲ ਆਫ ਇੰਡੀਆ ਨਾਲ ਤੇ ਭਾਰਤ ਸਰਕਾਰ ਦੇ ਵਿੱਦਿਆ ਮਹਿਕਮੇ ਨਾਲ, ਪਲੈਨਿੰਗ ਕਮਿਸ਼ਨ ਨਾਲ, ਸਾਰਿਆਂ ਨਾਲ ਗੱਲ ਤਾਂ ਫਿਰ ਵੀ ਕਰਨੀ ਪੈਣੀ। ਉਹ ਗੱਲਾਂ ਕਿਉਂਕਿ ਕਰਨੀਆਂ ਪੈਣੀਆਂ। ਮੈਂ ਸਮਝਦਾ ਕਿ ਭਗਵੰਤ ਮਾਨ ਹੋਰਾਂ ਨੂੰ ਛੇਤੀ ਟਾਈਮ ਕੱਢਣਾ ਚਾਹੀਦਾ ਤੇ ਕੇਂਦਰ ਸਰਕਾਰ ਦੇ ਨਾਲ ਗੱਲ ਕਰਨੀ ਚਾਹੀਦੀ ਹੈ। ਇਹਦੇ 'ਚ ਦੇਰੀ ਨਹੀਂ ਹੋਣੀ ਚਾਹੀਦੀ। ਰੋਪੜ ਤੋਂ ਪੰਨੂ ਸਾਹਿਬ ਇਹ ਖਬਰ ਹੈ ਕਿ ਕੋਆਪਰੇਟਿਵ ਬੈਂਕ ਹੈ, ਉੱਥੇ 2 ਕਰੋੜ ਰੁਪਏ ਦਾ ਘਪਲਾ ਹੋ ਗਿਆ ਤੇ 2 ਮੈਨੇਜਰ ਜਿਨ੍ਹਾਂ ਦਾ ਨਾਮ ਆਉਂਦਾ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਇਹ ਘਪਲੇ ਆਪਾਂ ਰੋਜ਼ ਗੱਲ ਕਰਦੇ ਹਾਂ ਕਿ ਕੋਈ ਨਾ ਕੋਈ ਬਾਹਰ ਆ ਹੀ ਜਾਂਦਾ, ਫਿਰ ਉਧਰ ਵੀ ਆ ਗਿਆ। ਦੇਖੋ ਕੋਆਪਰੇਟਿਵ ਦਾ ਲੋਗੋ ਵੇਖੋ ਤੇ ਇਸ ਤਰ੍ਹਾਂ 2 ਹੱਥ ਮਿਲਾਏ ਹੁੰਦੇ ਆ। ਉਹਦਾ ਮਤਲਬ ਹੁੰਦਾ ਫੜ ਬਾਂਹ ਫੜਾ ਬਾਂਹ। ਸੱਜਣ ਸਿਆ ਅੱਜ ਮੇਰੇ ਤੇ ਮੁਸ਼ਕਿਲ ਆ, ਤੂੰ ਮੇਰੀ ਬਾਂਹ ਫੜ, ਰੱਬ ਨਾ ਕਰੇ ਤੇਰੇ ਤੇ ਮੁਸ਼ਕਿਲ ਪਵੇ ਤੇ ਕੱਲ ਨੂੰ ਤੇਰੀ ਬਾਂਹ ਮੈਂ ਫੜੂੰਗਾ। ਇਹ ਮਹਿਕਮਾ ਲੋਕਾਂ ਦੀ ਫੜ ਬਾਂਹ ਫੜਾ ਬਾਂਹ ਕਰਨ ਦੇ ਬਜਾਏ ਇਹਦੇ ਅੰਦਰ ਚੋਰਾਂ ਦੀ ਫੜ ਬਾਂਹ ਫੜਾ ਬਾਂਹ ਕਰਨ ਦਾ ਕੰਮ ਜ਼ਿਆਦਾ ਕਰਦਾ ਰਿਹਾ ਪਿਛਲੇ ਸਮੇਂ 'ਚ। ਹੁਣ ਆਹ ਜਿਹੜੀ ਕੋਆਪਰੇਟਿਵ ਬੈਂਕ ਦੇ ਰੂਪਨਗਰ ਦੀ ਗੱਲ ਆਈ, ਉੱਥੇ ਉਤਲੇ 2 ਮੈਨੇਜਰ, ਉਹਨਾਂ ਕੋਲ ਕੰਮ ਸੀਗਾ ਕਿ ਦੂਸਰੀਆਂ ਥਾਵਾਂ ਤੋਂ ਜਿਹੜੇ ਚੈੱਕ ਕੈਸ਼ ਹੋਣ ਵਾਸਤੇ ਆਉਂਦੇ ਕਲੀਅਰਿੰਗ ਵਾਸਤੇ, ਉਹ ਤੁਸੀਂ ਕਰਨੇ। ਮੈਨੇਜਰ ਨੇ ਆਪਣੇ ਨਾਲ ਦੇ ਕੁਝ ਬੰਦਿਆਂ ਦੀ ID ਤੇ ਉਹਦੇ ਪਾਸਵਰਡ ਲੈ ਲਏ, ਆਪੇ ਹੀ ਬੈਠਾ ਸਾਰੇ ਦੇ ਸਾਰੇ ਚੈੱਕ ਪਾਸ ਕਰਦਾ ਰਿਹਾ, ਸਾਰਾ ਕੰਮ ਕਰਕੇ ਤੇ ਪੈਸੇ ਬੈਂਕ ਦੇ ਖਾਤੇ ਵਿੱਚ ਪਾਉਣ ਦੀ ਥਾਂ
ਆਪਣੀ ਪਤਨੀ ਦੇ ਪਰਿਵਾਰ ਦੇ ਕਈਆਂ ਜੀਆਂ ਦੇ ਖਾਤਿਆਂ 'ਚ ਬਾਹਰ ਦੇ ਬਾਹਰ ਪਾਈ ਗਿਆ। ਕਰੋੜਾਂ ਦਾ ਗੋਲਮਾਲ ਹੋ ਗਿਆ। ਹੁਣ ਇਹਦੀ ਕਿਸੇ ਨੇ ਸ਼ਿਕਾਇਤ ਭੇਜ ਦਿੱਤੀ ਮੁੱਖ ਮੰਤਰੀ ਦੇ ਉੱਤੇ ਕਰਪਸ਼ਨ ਵਾਲੇ WhatsApp ਨੰਬਰ ਦੇ ਉੱਤੇ, ਕਿੱਥੇ ਤਾਂ ਜੀ ਆਹ ਕੰਮ ਹੋ ਜਾਂਦਾ। ਉਹ ਸ਼ਿਕਾਇਤ ਦੀ ਪੜਤਾਲ ਹੋਈ, ਵਿਜੀਲੈਂਸ ਨੇ ਕੀਤੀ। ਪੜਤਾਲ ਤੋਂ ਬਾਅਦ ਬਕਾਇਦਾ ਪਰਚਾ ਦਰਜ ਕੀਤਾ ਤੇ ਕੱਲ੍ਹ ਵਿਜੀਲੈਂਸ ਦੀ ਟੀਮ ਗਈ ਤੇ ਉਹਨਾਂ ਨੇ ਜਾ ਕੇ ਮੈਨੇਜਰ ਤੇ ਉਹਦੇ ਨਾਲ ਦਾ ਸੈਕੰਡ ਮੈਨੇਜਰ ਉਹ ਦੋਵੇਂ ਫੜ ਲਿਆ। ਕੁਝ ਲੋਕ ਕਹਿਣਗੇ ਕਿ ਇਹ ਪਤਾ ਨਹੀਂ ਕਾਰਵਾਈ ਹੁਣ ਕਿਉਂ ਕੀਤੀ ਗਈ, ਕਿਸੇ ਨੇ ਸ਼ਿਕਾਇਤ ਕਰਤੀ, ਜਾਣਬੁੱਝ ਕੇ ਬੰਦਾ ਫਸਾਇਆ ਗਿਆ। ਇਹ ਵੀ ਗੱਲ ਨਹੀਂ, ਕਿਉਂਕਿ ਪਿਛਲੀ ਸਰਕਾਰ ਦੇ ਵਕਤ 2018 'ਚ ਜਿਹੜਾ ਕੋਆਪਰੇਟਿਵ ਮਹਿਕਮੇ ਦਾ ਆਪਣਾ ਆਡਿਟ ਡਿਪਾਰਟਮੈਂਟ ਹੈ, ਉਹਨਾਂ ਨੇ ਜਦੋਂ ਪੜਤਾਲ ਕੀਤੀ ਇਸ ਬੈਂਕ ਦੀ ਤੇ ਉਹਨਾਂ ਨੇ ਵੀ ਇਹੋ ਦੋਵੇਂ ਜਣੇ ਦੋਸ਼ੀ ਕਰਾਰ ਦਿੱਤੇ ਸਨ। ਪਰ ਉਦੋਂ ਉੱਤੇ ਇਸ ਤਰ੍ਹਾਂ ਦੇ ਅਫਸਰ ਸਨ, ਮਾਲਕ ਸਨ, ਮੁੱਖ ਮੰਤਰੀ, ਮੰਤਰੀ, ਸਾਰੇ ਜਣੇ ਜਿਨ੍ਹਾਂ ਨੇ ਕਾਰਵਾਈ ਨਹੀਂ ਕੀਤੀ, ਨਹੀਂ ਹੋਣ ਦਿੱਤੀ। ਉਹ ਕਿੱਥੇ ਜਾ ਕੇ ਅਟਕੀ? ਅਫਸਰਾਂ ਦੇ ਲੈਵਲ ਤੇ ਅਟਕੀ ਕਿ ਮੁੱਖ ਮੰਤਰੀ ਦੇ ਪੱਤਰ ਦੇ ਪਤਾ ਨਹੀਂ, ਪਰ ਉਹ ਉਦੋਂ ਬਚ ਗਏ ਸਨ। ਹੁਣ ਵਿਜੀਲੈਂਸ ਨੇ ਫੜ ਲਿਆ। ਚੋਰੀ ਕਰਦੇ ਅੱਜ ਨਹੀਂ ਕੱਲ੍ਹ ਸੀ, ਕਦੇ ਨਾ ਕਦੇ ਤਾਂ ਫਸਣਾ ਸੀ। ਪਰ ਸੋ ਉਹਦਾ ਚੰਗੀ ਗੱਲ ਆ, ਭ੍ਰਿਸ਼ਟਾਚਾਰ ਵਾਲੇ ਨੰਬਰ ਜਿਹੜਾ ਜਾਰੀ ਕੀਤਾ, ਸ਼ਿਕਾਇਤਾਂ ਤੇ ਬਹੁਤ ਹੁੰਦੀਆਂ, ਨਾਲ ਨਿਪਟਾਰਾ ਵੀ ਹੋ ਰਿਹਾ, ਲੋਕ ਇਹਨੂੰ ਚੰਗੀ ਤਰ੍ਹਾਂ ਲੈ ਰਹੇ ਆ। ਬਾਕੀ ਖਬਰਾਂ ਤੇ ਰੋਜ਼ ਤੁਸੀਂ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।